खुदावन यीशु धन्यवाद होवे जिसने अज 11 सितंबर 2020 अज तक भी सानू जिउंदे रखिया है। प्रभु सानू और तुहानू सारिआं नू भी प्रभु बहुत वड्डी बरकत ते आशीष देवे। मेरे अज जो जिहड़ा संदेश है उसका नाम है उरीम अते तुमीम। उरीम अते तुमीम अज का टॉपिक है। प्रभु तुहानू और अज असी इस संदेश नू लवांगे। ये उरीम अते तुमीम ये जिहड़े हरून की छाती के उत्ते हुंदे सन, क्योंकि हरून प्रधान जाजक करके गया। तो मेरे अजीजो, जदों कूच की किताब खुदा दा सेवक मूसा लिख रहा सी और जो जो कहता सी ओही कुछ हैकल दे विच बनदा सी। और पहला हैकल दे मतलब चीज़ां बनियां और फिर जिहड़े जाजक ने जाजक है ओहदे कपड़े। इहदे लई मैं तुहानू प्रभु दा बहुत बहुत धन्नवाद करदा हाँ कि इन्हां चीज़ां नू अज असीं इन्हां गल्लां नू इन्हां महान गल्लां नू अज अद्धा घंटा असीं इहदा प्रचार करांगे ते प्रभु तुहानू बहुत बरकत देवे और तुहानू होर भी प्रभु आशीष देवे। ते आओ असीं लिखतां नू शुरू करदे हां और ये लिखतां हन कूच 28 अध्याय और उसकी 17 आयत तो मैं शुरू करन लग्या। वचन च लिखिया है कि 16 तो शुरू करदा हाँ। ओ चौरस अते दोहरा होवे, उसकी लंबाई 1 गिठ अते 1 गिठ होवे। तू उस विच पत्थर अते पत्थर दियां 4 पालां मतलब पालां जिहड़ियां ने वो जड़ी। एक पाल विच लालकी सुनहला जबरदस्त दूजी पाल पन्ना दुधिया बिलो ए दूसरी पाल है। तीजी पाल में हरी अकीक कटैला। चौथी पाल विच बैरूस सुलेमानी। ये आपो अपने खानिया विच सोने नाल होण। ये पत्थर इसराइल दे पुत्र अर्थात दे 12 नामां दे अनुसार छाप दी उकराई वांगू एक दे नाल और अनुसार 12 गोतां। प्रभु तुहानू बहुत वड्डी बरकत देवे। 12वां नंबर जिहड़ा है ये बड़ा विशेष नंबर है, खास करके बाइबल के अंदर। जिहड़ा 12वां नंबर है ये बड़ा विशेष नंबर है और बाइबल के अंदर इसनू
ਬਾਈਬਲ ਦੇ ਵਿੱਚੋਂ ਲੈ ਕੇ 12 ਨੰਬਰ ਨੂੰ ਲੋਕਾਂ ਨੇ ਕਈ ਜਗ੍ਹਾਵਾਂ ਦੇ ਇਸਤੇਮਾਲ ਕੀਤਾ। ਮੈਂ ਤੁਹਾਨੂੰ ਇਸ 12 ਨੰਬਰ ਦੇ ਹੀਰਿਆਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੇਰੇ ਅਜ਼ੀਜ਼ੋ, ਨੀਲਮ ਔਰ ਕਹਿਟੈਲਾ ਇਹ ਅਸਲ ਵਿੱਚ ਹੀਰੇ ਨੇ ਜਿਹੜਾ ਸੀ। ਔਰ ਮੇਰੇ ਅਕਾਜ਼ੀਜ਼ ਭਾਈ ਹੋਣਾ ਔਰ ਉਹ ਮੈਨੂੰ ਰਾਜਸਥਾਨ ਜੈਪੁਰ ਦੇ ਵਿੱਚ ਮਿਲੇ। ਮੈਂ ਉਹਨਾਂ ਦੇ ਘਰ ਗਿਆ ਔਰ ਉਹਨਾਂ ਨੇ ਫਿਰ ਜੈਪੁਰ ਦੇ ਕਿਲੇ ਵਿਖਾਏ ਔਰ ਇੱਕ ਪੈਲਸ ਜਿਹਦੇ ਅੰਦਰ ਬਹੁਤ ਹੀ ਕੀਮਤੀ ਚੀਜ਼ਾਂ ਸਨ। ਉੱਥੇ ਸਾਡੀਆਂ ਜੁੱਤੀਆਂ ਲਵਾ ਦਿੱਤੀਆਂ ਗਈਆਂ, ਉਹ ਕੱਪੜੇ ਦੀਆਂ ਜੁੱਤੀਆਂ ਸਾਨੂੰ ਦਿੱਤੀਆਂ ਗਈਆਂ ਔਰ ਉਹ ਸ਼ੀਸ਼ ਮਹਿਲ ਸੀ। ਸ਼ੀਸ਼ ਮਹਿਲ ਦੇ ਅੰਦਰ ਉਸ ਵੇਲੇ ਦਾ ਰਾਜਾ ਰਾਣੀ ਔਰ ਉਹਨਾਂ ਦੇ ਮਤਲਬ ਮੂਰਤੀਆਂ ਦੇ ਨਾਲ ਇਹ ਹੀਰੇ ਜੜੇ ਹੋਏ ਸਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ, ਤੋ ਪ੍ਰਭੂ ਕਿਰਪਾ ਦੇਵੇ। ਪਰ ਜਦ ਅਸੀਂ ਬਾਈਬਲ ਨੂੰ ਵੇਖਦੇ ਹਾਂ ਤੇ ਬੇਸਲ, ਜਿਸ ਨੂੰ ਇੰਗਲਿਸ਼ ਵਿੱਚ ਬੇਸਲ ਆਖਿਆ ਜਾਂਦਾ ਹੈ, ਬੜਾ ਬੁੱਧਵਾਨ ਆਦਮੀ ਸੀ ਔਰ ਇਸ ਨੂੰ ਖੁਦਾ ਨੇ ਬੁੱਧ ਦੇ ਕੇ ਰੱਖਿਆ। ਔਰ ਖੁਦਾ ਨੇ ਮੂਸਾ ਨੂੰ ਕਿਹਾ, ਬੇਸਲ, ਜਿਹਨੂੰ ਵਿੱਚ ਬੇਸਲ ਕਹਿੰਦੇ ਨੇ, ਉਹਨੂੰ ਬੁਲਾ ਲਾ। ਉਹ ਹੈ ਕਰਾਈ ਦਾ ਔਰ ਜਿੰਨਾ ਵੀ ਕੰਮ ਉਸ ਨੂੰ ਬੁੱਧ ਦੇ ਦਿੱਤੀ ਹੈ ਉਹ ਇਸ ਕੰਮ ਨੂੰ ਕਰੇਗਾ। तो मेरे अजीजो, इत्थे लिखा है, खुदा बोल रहा है और वो कह रहा है कि ये 4 पाला होनियां ने जिन्हां विच 3-3 ही और 3 दूना 6, 3 तियां 9, 3 तियां 12 और ये 12 हीरे ने जिन्हां नूं उरीम ਅਤੇ ਤਮੀਮ ਕਰਕੇ ਆਖਿਆ ਜਾਂਦਾ ਹੈ। ਸੋ ਅੱਜ ਮੈਂ ਉਰੀਮ ਅਤੇ ਤਮੀਮ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਚਾਹੁੰਦਾ ਇਹ ਉਰੀਮ ਅਤੇ ਤਮੀਮ ਜਾਣੇ ਕਿ 12 ਹੀਰੇ ਇਸਰਾਇਲ ਦੇ ਬਾਵਾਂ ਦੇ ਉੱਤੇ ਇਹ ਹਰੂਨ ਦੇ ਚੋਗੇ ਵਿੱਚ ਜਿਹੜਾ ਛਾਤੀ ਤੱਕ ਔਰ ਇੱਥੇ ਉਸ ਨੂੰ ਬੰਨਣਾ ਸੀਗਾ ਜਦ ਉਹ ਅਤੀ ਪਵਿੱਤਰ ਸਥਾਨ ਵਿੱਚ ਜਾਂਦਾ ਹੈ। ਜਦੋਂ ਅਤੀ ਪਵਿੱਤਰ ਸਥਾਨ ਵਿੱਚ ਜਾਂਦਾ ਹੈ, ਇਹ ਹੀਰੇ ਉਹਦੀ ਛਾਤੀ ਦੇ ਉੱਤੇ ਕਰਦੇ ਨੇ ਕਿ ਇਸਰਾਇਲ ਦੇ 12 ਗੋਤਾਂ ਦਾ ਨਾਮ ਜਿਹੜਾ ਹੈ ਉਹ ਹਰੂਨ ਦੇ ਛਾਤੀ ਦੇ ਉੱਤੇ ਔਰ ਉਹਨੂੰ ਲੈ ਕੇ ਫਿਰੇਗਾ ਔਰ ਉਹਨਾਂ ਦੇ ਲਈ ਸੁਖ ਸ਼ਾਂਤ ਔਰ ਉਹਨਾਂ ਦੇ ਲਈ ਸਾਰੀਆਂ ਭੇਟਾਂ ਮਤਲਬ ਜਿਹੜੀਆਂ ਪ੍ਰਵਾਚਕ ਨੇ ਅਤੀ ਪਵਿੱਤਰ ਸਥਾਨ ਵਿੱਚ ਚਾੜਨੀਆਂ ਨੇ ਉਹ ਚੜਾਏਗਾ। प्रभु बहुत वड्डी बरकत दवे। तो इत्थे लिखिया की उरीम दे बारे, उरीम दे बारे लिखा होया है 30 आयत विच, बल्कि 29 मैं तुहाडे सामने पढ़ना चाहुंदा। 29 हरून इस्राएल दे पुत्रां दे न्यों ਦੇ ਸੀਨੇ ਬੰਦ ਵਿੱਚ
ਆਪਣੇ ਹਿਰਦੇ ਉੱਤੇ ਚੁੱਕੇ ਜਦ ਉਹ ਪਵਿੱਤਰ ਸਥਾਨ ਵਿੱਚ ਜਾਵੇ, ਤਾਂ ਜੋ ਯਹੋਵਾ ਦੇ ਸਨਮੁਖ ਇਹ ਸਦਾ ਦੀ ਯਾਦ ਕਰੇ। ਤੂੰ ਨਿਉ ਦੇ ਸੀਨੇ ਬੰਦ ਵਿੱਚ ਉਰੀਮ ਔਰ ਤੁਮੀਮ ਪਾਵੀਂ। ਉਹ ਹਰੂਨ ਦੇ ਹਿਰਦੇ ਉੱਤੇ ਹੋਣ, ਜਦ ਉਹ ਯਹੋਵਾ ਦੇ ਸਨਮੁਖ ਹਰੂਨ ਪੁੱਤਰਾਂ ਦੇ ਨਾਂ ਆਪਣੇ ਹਿਰਦੇ ਉੱਤੇ ਯਹੋਵਾ ਦੇ ਸਨਮੁਖ ਸਦਾ ਲਈ ਚੁੱਕੇ। ਔਰ ਰੀਮ ਅਤੇ ਤਮੀਮ ਇਹ ਵੀ ਕੰਮ ਹਨ ਕਿ ਜਦੋਂ ਕੋਈ ਆਦਮੀ ਝੂਠਾ ਹੁੰਦਾ ਸੀ ਔਰ ਉਹ ਕਹਿੰਦਾ ਸੀ ਕਿ ਮੈਨੂੰ ਰੀਮ ਤੇ ਤਮੀਮ ਦੇ ਸਾਹਮਣੇ ਖੜੇ ਕਰੋ, ਤੇ ਉਰੀਮ ਤੇ ਤਮੀਮ ਵਿੱਚ ਝੂਠੇ ਬੰਦੇ ਲਈ ਕੋਈ ਰੋਸ਼ਨੀ ਨਹੀਂ ਸੀ ਆਉਂਦੀ। ਪਰ ਜਿਹੜਾ ਬੰਦਾ ਸੱਚਾ ਹੁੰਦਾ ਸੀ, ਉਹਨੂੰ ਜਦੋਂ ਉਰੀਮ ਅਤੇ ਤਮੀਮ ਦੇ ਸਾਹਮਣੇ ਕੀਤਾ ਜਾਂਦਾ ਸੀ ਔਰ ਝੱਟ ਯਹੋਵਾ ਦੀ ਰੋਸ਼ਨੀ ਉਹਨਾਂ ਹੀਰਿਆਂ ਦੇ ਵਿੱਚ ਝਲਕ ਮਾਰਦੀ ਸੀ ਔਰ ਸਾਰੇ ਵੇਖ ਲੈਂਦੇ ਸੀ ਇਹ ਬੰਦਾ ਸੱਚਾ ਹੈ। ਪਰ ਜਦੋਂ ਨਹੀਂ ਸੀ ਰੋਸ਼ਨੀ ਆਉਂਦੀ ਤੇ ਉਹ ਕਹਿੰਦੇ ਸੀ ਇਹ ਬੰਦਾ ਝੂਠਾ ਹੈ। ਔਰ ਇਸ ਤਰ੍ਹਾਂ ਝੂਠੇ ਅਤੇ ਸੱਚੇ ਦਾ ਇਨਸਾਫ ਕਰਨ ਅਤੇ ਤਮੀਮ ਹੁੰਦੇ ਸਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦ ਸਾਡਾ ਪ੍ਰਭੂ ਜਦੋਂ ਦੇਹ ਵਿੱਚ ਆਇਆ, ਕਿਉਂਕਿ ਮੈਂ ਫਿਰ ਕਹਿਣਾ ਚਾਹੁੰਦਾ ਹਾਂ, ਜਦੋਂ ਦੇਹ ਵਿੱਚ ਆਇਆ ਉਹ ਨਵੇਂ ਨੇਮ ਦੀ ਨੀਂਹ ਰੱਖ ਰਿਹਾ ਸੀ ਔਰ ਪੁਰਾਣੇ ਚੋਂ ਜਦੋਂ ਨਵੇਂ ਨੇਮ ਵਿੱਚ ਆਉਂਦਾ ਹੈ ਤੇ ਮੈਂ ਜ਼ਰੂਰ ਜਸ਼ਾਇਆ 7:14 ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਜਸ਼ਾਇਆ 7:14 ਉੱਥੇ ਲਿਖਿਆ ਹੈ, ਪ੍ਰਭੂ ਤੁਹਾਨੂੰ ਆਪ ਵੀ ਇੱਕ ਨਿਸ਼ਾਨ ਦੇਵੇਗਾ। ਵੇਖੋ ਇੱਕ ਕੁਵਾਰੀ ਗਰਭਵਤੀ ਹੋਵੇਗੀ ਅਤੇ ਉਸ ਦਾ ਨਾਮ ਇਮਾਨੂਏਲ ਰੱਖੇਗੀ, ਜਿਹਦਾ ਅਰਥ ਹੈ ਪਰਮੇਸ਼ਵਰ ਸਾਡੇ ਸੰਗ। ਅਰਥ ਕਿੱਥੇ ਹੈ? ਅਰਥ ਮੱਤੀ ਦੀ ਅੰਜੀਲ ਪਹਿਲੇ ਬਾਬ ਦੀ 23 ਆਇਤ ਵਿੱਚ ਹੈ। ਤੋ 21 ਤੇ ਦੋ ਨਾਮ ਮਿਲਦੇ ਨੇ। ਨਾਮ ਮਿਲਦਾ ਹੈ ਜਿਹਦਾ ਅਰਥ ਸਾਡੇ ਸੰਗ, ਔਰ ਇੱਕ ਮੱਤੀ ਪਹਿਲੇ ਬਾਬ ਦੀ 21 ਵਾਲਾ ਨਾਮ ਮਿਲਦਾ ਹੈ। ਉਹ ਕੀ ਹੈ? ਜਬਰਾਈਲ ਕਹਿ ਰਿਹਾ ਯੂਸਫ ਨੂੰ, ਯੂਸਫ ਮਰੀਅਮ ਨੂੰ ਕਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਉਹ ਪੁੱਤਰ ਨੂੰ ਜਨਮ ਤੇ ਤੂੰ ਉਸ ਦਾ ਨਾਮ ਯੇਸੂ ਰੱਖਣਾ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਬਚਾਵੇਗਾ। ਸਾਨੂੰ ਪਾਪਾਂ ਤੋਂ ਬਚਾ ਯੇਸੂ। ਹਾਲੇਲੂਇਆ। ਤੋ ਅਸੀਂ ਵੇਖਦੇ ਹਾਂ ਇਮਾਨੂਏਲ ਦਾ ਮਤਲਬ ਹੈ ਬਾਈ ਨੰਗਦੀ ਹੈ ਵੀ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਜਿਵੇਂ ਨਬੀ ਨੇ ਲਿਖਿਆ ਹੈ ਕਿ ਵੇਖੋ ਇੱਕ ਕੁਵਾਰੀ ਹੋਵੇਗੀ, ਉਸ ਦਾ ਨਾਮ ਇਮਾਨੂਏਲ ਰੱਖੇਗੀ, ਜਿਹਦਾ ਅਰਥ ਹੈ ਪਰਮੇਸ਼ਵਰ ਸਾਡੇ ਸੰਗ। ਤੋ ਜਦੋਂ ਇਮਾਨੂਏਲ ਨਾਮ ਰੱਖਿਆ ਗਿਆ, ਜਦੋਂ ਯੇਸੂ ਨਾਮ ਰੱਖਿਆ ਗਿਆ, ਤੇ ਸਾਡਾ ਯਹੋਵਾ ਜਿਹੜਾ ਜ਼ਮੀਨ ਅਤੇ ਆਸਮਾਨ ਦਾ ਮਾਲਕ ਹੈ, ਉਹ ਸਰਵ ਵਿਆਪੀ ਹੈ, ਉਹ ਸਰਵ ਸ਼ਕਤੀਮਾਨ, ਉਹ ਸਰਵ ਗਿਆਨੀ ਹੈ। ਆਸਮਾਨ ਜ਼ਮੀਨ ਤੇ ਵੀ ਹੈ। ਜ਼ਮੀਨ ਦੇ ਉੱਤੇ ਦੇਹ ਵਿੱਚ ਹੈ। ਯਾਦ ਰੱਖੋ
फिलिप्पुस ने यीशु मसीह नूं कहा, प्रभु जी सानू पिता दा दर्शन करा ता सानू तृप्त आवेगी। यूहन्ना 14:7-8-9 दे अंदर ये सब लिखता पाई। और यीशु ने, फिलिप्पुस मैं इन्ने चिर तो तुहाडे नाल हां, की तू मैनू नहीं जानिया? जिन्हें मैनू वेख्या उन्हें पिता नू वेख्या है। उन्हें पिता नू वेख्या है। तू की को मैनू आखदा है कि पिता दा दर्शन करा? पिता मेरे विच रह के अपने काम करदा है। सो मैं दसना चाहुंदा हां कि हुण उरीम ओ किथे है? ओ यीशु मसीह दे नाल नाल है। उरीम अते तमीम एक ही है। चेले हन, ये 12 चेले हन और जिन्हां नूं प्रभु यीशु मसीह ने चुनिया। चेले कफरनहूम विचों चुने। एक चेला उन्हें काना गलील तो चुन लिया। एदा नाम नथानिएल सीगा। बाकी मैं दसना चाहुंदा होर थावां तो उसने चुन ले और ये ओदे नाल नाल चलदी सन। ओ यहोवा सी, ये उरीम अते थमीम सन। मेरे भाई मेरी भैन, प्रभु तुहानू बहुत वड्डी बरकत। हुण मैं दसना चाहुंदा कि किस तरह रोशनी प्रगट होई। उरीम अते थमीम विच किवें रोशनी प्रगट होई, मैं तुहानू लैके जाना चाहुंदा हां मत्ती दी अंजील और उसका 17 अध्याय और उस दियां कुछ आयतां विच मैं तुहानू इत्थे बाइबल विच लैके चलिया हां। और उत्थे असीं वेखांगे ये 3 चेले हन, पतरस, यूहन्ना अते याकूब। ये तिन्हां नूं लैके यीशु मसीह उच्चे पहाड़ दे उत्ते गया है। और जदों उच्चे पहाड़ दे उत्ते चढ़ गए, मैं दसना चाहुंदा 6 दिनां दे पिछों यीशु पतरस अते याकूब अते यूहन्ना याकूब अते ओदे भाई यूहन्ना नूं नाल लैके एक उच्चे पहाड़ दे उत्ते उन्हां दे सामने उच्चे पहाड़ उत्ते वखरा लै गया अते ओदा रूप उन्हां दे सामने बदल गया और ओदा मुंह सूरज वांगू चमकिया अते ओदे कपड़े चानन दे चिट्टे हुए हो गए। अते वेखो मूसा अते एलिया ओदे नाल गल्लां करदे विखाई दिते। ओ मूसा जिसने उरीम अते तमीम दा हवाला दिता बाइबल दे अंदर, ओ मूसा ओथे है और यहोवा दे चेहरे नूं वेख रहा है। चेहरा किहदा है? चेहरा यीशु दा है। लेकिन असीं देखते हाँ कि किस तरह वो चेहरा चमक उठिया, गल्लां कीतियां, नाले एलिया ने गल्लां कीतियां। और पतरस कहन लगा, प्रभु जी साडा इत्थे होना बड़ा चंगा है, तां जो मैं 3 डेरे बनावां, एक तेरे लिए डेरा बना दवां, एक मूसा लिए बना दवां, एक एलिया लिए बना दवां। जोतमान बदल जिहड़ा ऊपर सीगा और उस विचों आवाज आई, ये मेरा प्यारा पुत्र है, एदी सुनो। ये मेरा प्यारा पुत्र है, एदी सुनो, एदी सुनो। और लिखा है कि और वेखो
जो मूसा ते एलिया उस नाल गल्लां कर पतरस ने अगों साडा इत्थे होना चंगा है, जे तू चाहे तां इत्थे 3 डेरे बनावा, एक तेरे लई, एक मूसा लई अते एक एलिया लई। वो अजे बोलदा सी कि वेखो जोतमान बदल ने उन्हां उत्ते छौ कीती अते वेखो वो बदल विचों एक आवाज़ इउं कहती आई, जो ये मेरा प्यारा पुत्र प्रसन्न हाँ ओदी सुनो। अते चेले सुन के मुंह परने डिग पे अते बहुत डर गए। प्रभु तुहानू बहुत वड्डी किरपा दवे। हुण रीम ओते जाजक एक मनुख रखो, साडा यीशु मसीह प्रधान सदा दे लई जाजक बनिया रहिंदा है। और जे कदे समा लग्या ते मैं तुहानू इब्रानियां 7 विच लैके जावांगा और उस दिन असी प्रधान जाजक दे बारे जेड़ा सदा सदा दा जाजक है ਉਹਦੇ बारे ਵਿੱਚ ਗੱਲਾਂ ਕਰਾਂਗੇ। प्रभु ਤੁਹਾਨੂੰ बहुत ਵੱਡੀ बरकत देवे। पर मैं इस करके दस रहा हाँ कि उरीम ਅਤੇ तमीम ਦੇ ਵਿੱਚੋਂ ਹੀਰਿਆਂ ਦੀਆਂ ਪਾਲਾਂ ਵਿੱਚੋਂ मतलब रोशनी चमकदी सी और वो रोशनी प्रगट कर देंदी सी कि झूठा कौन है ते सच। इसलिए जद तक वो देह विच नहीं आया तद तक उरीम अते तुमीम चलते रहे। पर मैं दसना चाहता हाँ जद वो देह विच आ गया वो खुद ही उरीम अते तमीम सी। प्रभु तुहानू बहुत वड्डी बरकत देवे। तो असी वेखते हाँ कि लिखा है एक आवाज एक कहती मेरा प्यारा पुत्र है जिस तो मैं प्रसन्न हाँ, तुसी ओदी सुनो। तुसी की करो ओदी सुनो, जिस तो मैं प्रसन्न हाँ ओदी सुनो। अते चेले सुन के मूधे मुंह डिग पे बहुत डरे और यीशु ने नेड़े आन के उन्हां नूं छूया अते कहा उठो ना डरो। तद उन्हां ने अपनियां अखां चुक के होर किसे नूं नहीं पर यीशु मसीह नूं वेख्या। तो याद रखो जद यहोवा दे विच चल फिर रहा सी और वो खुद उरीम अते तमीम सी और यीशु जो प्रधान जाजक है उन्होंने हुण छाती दे उत्ते उरीम अते तमीम बनन दी जरूरत नहीं सी। यहोवा सी और देह विच आया होया साडा प्रभु सी। मेरे अजीजो असी देखते हाँ ये सब चीज़ां हुंदियां ने और किस तरह खुदा नवे नेम दे विच आउंदा है और नवा नेम बनदा है। और मैं दसना चाहता कि जिन्हां दे ना जिहड़े सी उरीम अते तमीम विच इसराइल दे 12 पुरख सन। और याद रखो असी किथे हाँ, साडी नींह किथे है, साडा प्रभु कौन है। ਇਹਦੇ ਲਈ ਅਫਸੀਆਂ 2 ਦੀ 20 ਜ਼ਰੂਰ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਅਫਸੀਆਂ 2 ਬਾਪ और उसकी आय सामने रखनी चाहता हाँ क्योंकि इत्थे एक लिखत है जिहड़ी सानू बहुत दलेर कर देंदी है और सानू सामने
ਲੈ ਕੇ ਆਉਂਦੀ ਹੈ। ਲਿਖਿਆ ਹੈ, ਅਤੇ ਨੀਂਹ ਉੱਤੇ ਬਣੇ ਹੋਏ ਹਾਂ, ਜਿਹਦੇ ਖੂੰਜੇ ਦਾ ਪੱਥਰ ਮਸੀਹ ਯਿਸੂ ਆਪ ਹੈ। ਸਾਰੀ ਇੱਕ ਸੰਗ ਜੁੜ ਕੇ ਪਵਿੱਤਰ ਹੈਕਲ ਬਣਦੀ ਜਾਂਦੀ ਹੈ। ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਬਣਾਏ ਜਾਂਦੇ ਹੋ। ਔਰ 19 ਆਇਤ ਕਹਿੰਦੀ ਹੈ, ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ। ਮੇਰੇ ਭਾਈ ਭੈਣੋ, ਤੁਸੀਂ ਜੋ ਨਵੇਂ ਨੇਮ ਦੇ ਅੰਦਰ ਚੱਲ ਰਹੇ ਹੋ, ਆਪਣੇ ਪ੍ਰਭੂ ਦੇ ਨਾਲ ਚੱਲ ਰਹੇ ਹੋ, ਤੁਸੀਂ ਅਸਲ 'ਚ ਓਪਰੇ ਨਹੀਂ ਰਹਿ ਗਏ, ਤੁਸੀਂ ਦੇ ਵਤਨੀ, ਤੁਸੀਂ ਪਰਮੇਸ਼ਵਰ ਦੇ ਘਰ ਦੇ ਲੋਕ ਬਣ ਗਏ ਜੇ। ਪਰ ਜੇ ਤੁਸੀਂ ਪ੍ਰਭੂ ਦੇ ਨਾਲ ਚੱਲਦੇ ਰਹੋਗੇ, ਤੁਸੀਂ ਪ੍ਰਭੂ ਨਾਲ ਚੱਲੋਗੇ, ਉਹ ਸਭ ਕਰੇਗਾ ਔਰ ਉਹ ਰੂਹਾਨੀ ਬਰਕਤਾਂ ਦੇ ਨਾਲ ਤੁਹਾਨੂੰ ਬਹੁਤ ਵੱਡੀਆਂ ਬਰਕਤਾਂ ਤੇ ਆਸ਼ੀਸ਼ਾਂ ਦੇ ਦੇਵੇਗਾ। ਪਰ ਸਾਨੂੰ ਬੇਸ਼ੱਕ ਭਾਵੇਂ ਜ਼ਮੀਨ ਦੀਆਂ ਬਰਕਤਾਂ ਜਿੰਨੀਆਂ ਮਰਜ਼ੀ ਮਿਲੀਆਂ ਹੋਣ, ਮੈਂ ਇਹਦੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਖੁਦਾ ਆਪਣੇ ਲੋਕਾਂ ਨੂੰ ਜ਼ਮੀਨ ਦੀਆਂ ਬਰਕਤਾਂ ਵੀ ਦਿੰਦਾ ਹੈ ਅਤੇ ਆਸਮਾਨ ਦੀਆਂ ਬਰਕਤਾਂ। ਇਸ ਕਰਕੇ ਮੇਰੇ ਅਜ਼ੀਜ਼ੋ, ਜ਼ਮੀਨ ਦੀਆਂ ਬਰਕਤਾਂ ਤੇ ਇੰਨੀਆਂ ਮਤਲਬ ਨਹੀਂ ਹਨ, ਪਰ ਸਾਨੂੰ ਆਸਮਾਨੀ ਬਰਕਤਾਂ ਨਾਲ ਕਿਸ ਤਰ੍ਹਾਂ ਨਿਵਾਜ, ਕਿਸ ਤਰ੍ਹਾਂ ਉਸਨੇ ਜਾ ਕੀਤੀ ਹੈ। ਮੇਰੇ ਭਾਈ ਭੈਣੋ, ਆਪਣੇ ਪ੍ਰਭੂ ਦੀ ਦਾ ਕਰਤਾ ਪੂਰਨ ਕਰਨ ਵਾਲਾ ਹੈ। ਕਿਸ ਤਰ੍ਹਾਂ ਪੁਰਾਣੇ ਨੇਮ ਦੀਆਂ ਚੀਜ਼ਾਂ ਨਵੇਂ ਨੇਮ ਦੇ ਵਿੱਚ ਯਿਸੂ ਮਸੀਹ ਵਿੱਚ ਆ ਕੇ ਪੂਰੀਆਂ ਹੋ ਜਾਂਦੀਆਂ ਨੇ, ਔਰ ਸਾਨੂੰ ਇਹਦੇ ਲਈ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ। ਆਓ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ ਔਰ ਦਵਾਈਆ ਹਾਲਤ ਦੁਆ ਕਰਾਂਗੇ। ਦੇ ਪ੍ਰਭੂ ਯਿਸੂ ਮਸੀਹ, ਤੇਰਾ ਬਹੁਤ ਬਹੁਤ ਧੰਨਵਾਦ ਹੈ, ਜਿਸ ਨੇ ਪ੍ਰਭੂ ਯਿਸੂ ਮਸੀਹਾ ਸਾਡਿਆਂ ਜੀਵਨਾਂ ਤੇ ਜਾ ਕੇ ਅੱਜ ਦਾ ਅਲਾਇਬ ਉਰੀਮ ਅਤੇ ਤਮੀਮ ਵਿੱਚ ਸਾਨੂੰ ਦਿੱਤਾ। ਪ੍ਰਭੂ ਯਿਸੂ ਮਸੀਹਾ ਉਰੀਮ ਅਤੇ